ਤੁਸੀਂ ਐਂਦੇ ਗਿਆ ਕਿ ਤੁਸੀਂ ਗੁਸਲ ਵਾਸਤੇ ਪਾਣੀ ਨਾਲ ਲਿਆ ਲਗਾ ਲਓ ਤੇ ਹੁਣ ਆਪਣੇ ਮਿਸਾਲ ਦੇ ਤੌਰ ਤੇ ਆਪਣੀ ਤਾਂ ਟੈਂਕੀਆਂ ਵਾ ਕਿ ਉਹ ਟੈਂਕੀਆਂ ਦੇ ਟੈਂਕੀ ਵਿੱਚ ਆਪਾਂ ਗੁਸਲ ਕਰ ਸਕਦੇ ਜਾਂ ਉਹ ਪਾਣੀ ਕਰਨਾ ਨਹੀਂ ਜਦੋਂ ਆਪਾਂ ਟੈਂਕੀ 'ਚੋਂ ਟੂਟੀ ਚਲਾਉਂਦੇ ਨਾ ਪਾਣੀ ਲੈਦਾ ਹੀ ਹੁੰਦਾ ਨਾ ਉਹ ਯਾਨੀ ਉਹ ਹੈਗਾ ਕਿ ਪਾਣੀ ਇੱਕ ਜਗ੍ਹਾ ਖੜਾ ਹੋਵੇ ਯਾਨੀ ਇੱਕ ਜਗ੍ਹਾ ਪਾਣੀ ਜਮ੍ਹਾਂ ਕੀਤਾ ਯਾਨੀ ਪਾਣੀ ਦਾ ਡਰਮ ਭਰ ਕੇ ਵਿੱਚ ਵੜ ਕੇ ਨਹੀਂ ਨਹਾ ਸਕਦਾ ਵਿੱਚ ਵੜ ਕੇ ਨਹੀਂ ਨਹਾਉਣਾ ਪਾਣੀ ਸਾਈਡ ਤੇ ਕੱਢ ਤੁਸੀਂ ਹੋਦੀ ਬਣਾਈ ਹੈ ਜਾਂ ਤੇਰੇ ਦਰਵਾਜ਼ੇ ਅੱਗੋਂ ਖਾਲਾ ਗੁਜ਼ਰ ਰਿਹਾ ਚੱਲਦਾ ਪਾਣੀ ਪਾ ਕੇ ਜਾਂ ਨਾ ਪਾ ਚੱਲਦਾ ਪਾਣੀ ਦੇਖੋ ਕਰ ਸਾਹਿਬ ਪਹਿਲੇ ਤਾਂ ਕਿ ਪਾਣੀ ਦੇ ਅੰਦਰ ਚੀਜ਼ ਕਿਹੜੀ ਆ ਜਿਹਨੇ ਉਹਨੂੰ ਨਾਪਾਕ ਕੀਤਾ ਮਿੱਟੀ ਪਾਕ ਆ ਮਿੱਟੀ ਪਾਣੀ ਨੂੰ ਨਾਪਾਕ ਨਹੀਂ ਕਰਦੀ ਸਮਝੇ ਤੁਸੀਂ ਇਹਨਾਂ ਨੂੰ ਜਵਾਬ ਦੇਣਾ ਪਾਕ ਆ ਜਾਂ ਨਾ ਪਾਕ ਦੇਖੋ ਹੁਣ ਖਾਲਾ ਲੰਘਣ ਡਿਆ ਇਹਦੇ ਵਿੱਚ ਗੰਦਾ ਨਾ ਕਲੀਅਰ ਹੋ ਗਈ ਨਾ ਕਲੀਅਰ ਹੋ ਗਈ ਗੱਲ ਵੀ ਪਤਾ ਕਹਿੰਦੇ ਚ ਸਾਡੇ ਗਟਰਾਂ ਦਾ ਪਾਣੀ ਜਾਣ ਡਿਆ ਇਹ ਗੰਦਾ ਵਾ ਇਹ ਨਾਪਾਕ ਆ ਠੀਕ ਆ ਹੁਣ ਤੁਹਾਡੇ ਅੱਗੇ ਜਿਹੜਾ ਖਾਲਾ ਜਾਣ ਡਿਆ ਤੁਸੀਂ ਸਭ ਤੋਂ ਪਹਿਲੇ ਦੇਖਣਾ ਨਾ ਵੀ ਇਹਦੇ 'ਚ ਕਿਹੜੀ ਅਲਾਮਤ ਵਾਜ਼ੇ ਆ ਇਹਦੇ 'ਚ ਪਾਕ ਔਰ ਹਲਾਲ ਚੀਜ਼ ਹੀ ਆ ਜਾਂ ਇਹਦੇ 'ਚ ਗੰਦਗੀ ਸ਼ਾਮਲ ਆ ਅਗਰ ਗੰਦਗੀ ਸ਼ਾਮਲ ਆ ਔਰ ਗੰਦਗੀ ਨੇ अपने आसार नहीं नुमाया किए यानी असी देखा कि ये पानी ने बो नहीं मारी ठीक हो गया या पानी दे गंदगी तो पै गई आ लेकिन पानी का ज़ायका नहीं बदलिया या ठीक है ना चीज़ा नहीं नुमाया हुई फिर पानी पाक आ ठीक है अगर ये नुमाया हो गया फिर पानी नापाक आ अगर हलाल चीज़ पानी का रंग भी बदल दे मिसाल के तौर पानी के आटा पै जाए तो आटा पानी का रंग बदल लेंदा लेकिन पानी फिर भी पा गया क्योंकि आटा नहर चल रही है ना नहर चल रही नहर दे विच सानू सब तो पहले नुमाया की हुंदा मिट्टी मिट्टी वाला ही पानी लगदा ठीक है फिर पानी नू चैक करो उन्हें बो मारी या उहदा ज़ायका बदलिया रंग तो बदल ही गया मिट्टी दे नाल ठीक है लेकिन मिट्टी पाक आ ठीक है वो जो पाक चीज़ दे नाल उहदा रंग बदल गया वा ज़ायका बदल जामे श्री ने ज़ायका नहीं बदलना नींबू पा के ज़ायका नहीं बदल लेंदे जो पाक साहब जी ने ज़ायका बदलिया फिर नहीं जो नापाक दे नाल बदलना फिर वो पानी इस्तेमाल पहलों दुआ का तर्जुमा पढ़िया ये दुआ पढ़ना जायज़ आ बिल्कुल मैं तो पढ़दा ही है मैं तो बड़ी देर हो गई सुभाना गल्लां पढ़िए गुनाह तो कोई नहीं सारियां साबित है इस तो इलावा भी है सुभाना गल्लां तो पहलों पढ़नी कि बाद पढ़नी तुसीं दोनों ही पढ़नी है तुसीं एक पढ़ो तुसीं कहा ना मैं एक पढ़दा ਉਹ ਪੜ ਕੇ ਨਮਾਜ਼ ਹੋ ਜਾਂਦੀ ਹੈ ਕੱਲੀ ਸੁਭਾਨਾ ਗੱਲਾਂ ਨਾ ਪੜੀਏ ਹੋ ਜਾਂਦੀ ਅੱਲਾਹ ਮੁਬਾਰਕ ਭਾਈ ਨੇ ਕੱਲੀ ਪੜਦੇ ਹਾਂਜੀ ਰਵਾਇਤ ਖੁਦ ਦੱਸਣ ਰਹੀ ਆ ਕਿ ਮੈਂ ਪੁੱਛਿਆ ਹਜ਼ਰਤ ਅਬੂ ਹੁਰੈਰਾ ਹੁੰਦੇ ਕਿ ਅਸੀਂ ਪੁੱਛਿਆ ਕਿ ਯਾਰ ਰਸੂਲ ਤੁਸੀਂ ਚੁੱਪ ਰਹਿੰਦੇ ਤੁਸੀਂ ਕੀ ਪੜ੍ਹਦੇ ਆ ਤਾਂ ਮਤਲਬ ਨੇ ਡਾਇਰੈਕਟ ਇਹੀ ਦੱਸਿਆ ਅੱਲਾਹੁਮਾ ਬਾਇਦ ਮੈਨੀ ਆਪਣੇ ਨੇ ਕਿਹਾ ਕਿ ਪਹਿਲੇ ਮੈਂ ਸੁਭਾਨਾ ਗੱਲਾਂ ਪੜ੍ਹਦਾ ਬਾਅਦ 'ਚ ਇਹ ਪੜ੍ਹਦਾ ਡਾਇਰੈਕਟ ਇਹੀ ਦੱਸਿਆ ਕਿ ਅੱਲਾਹੁਮਾ ਬਾਇਦ ਮੈਨੀ ਤੁਸੀਂ ਘੋੜਾ ਹਲਾਲ ਆ ਕਿ ਹਰਾਮ ਕਰ ਲੈਂਦੇ ਨਹੀਂ ਸਹੀ ਸਵਾਲ ਦਿਓ ਜਵਾਬ ਦਿਓ ਯਾਰ ਲਾਸਟ ਸਵਾਲ ਵੈਸੇ ਹਲਾਲ ਆ ਵੈਸੇ ਹਲਾਲ ਆ ਹਾਂ ਬਿਲਕੁਲ ਜਦੋਂ ਹਲਾਲ ਆ ਕਰ ਸਕਦੇ ਉਹ ਅਸਲ 'ਚ ਉਹ ਪਾਣੀ ਨੂੰ ਨਹੀਂ ਕਹਿੰਦੇ ਉਹਨਾਂ ਦੇ ਪਿੱਛੇ ਜਿਹੜੀ ਅਕੀਦਤ ਆ ਨਾ ਉਹਨੂੰ ਕਹਿੰਦੇ ਆ ਉਹ ਲਿੱਦ ਵੀ ਸੰਭਾਲੀ ਜਾਂਦੇ ਆ ਥੱਲੋਂ ਬੱਚੇ ਵੀ ਨਹਾਉਂਦੇ ਆ ਉਹ ਘੋੜੇ ਨੂੰ ਬੜਾ ਮੁਕੱਦਸ ਸਮਝਿਆ ਹੋਇਆ ਜਿੱਦਾਂ ਹਿੰਦੂਆਂ ਨੇ ਗਾਂ ਨੂੰ ਸਮਝਿਆ ਹੋਇਆ ਇਸ ਚੀਜ਼ ਤੋਂ ਕਹਿੰਦੇ ਆ ਮੁਸਲਮਾਨ ਨਹੀਂ ਹਲਾਲ ਨਾਮ ਵਾਲਾ ਜਵਾਬ ਦੇਤਾ ਹਲਾਲ ਆ ਕੀ ਮਤਲਬ ਤੁਸੀਂ ਇੱਕ ਚੀਜ਼ ਬਿਆਨ ਕੀਤੀ ਕਿ ਅਗਰ ਪਾਕ ਚੀਜ਼ ਪਾਣੀ 'ਚ ਪਾਣੀ ਪੀ ਲਵੇ ਬਰਤਨ 'ਚੋਂ ਜਿਵੇਂ ਬੱਕਰੀ ਗਿਆ ਗਾਏ ਹੋ ਗਈ ਆ ਤੇ ਉਹ ਪਾਣੀ ਨਾਲ ਗੁਸਲ ਕੀਤਾ ਜਾ ਸਕਦਾ लेकिन दूसरे पास तुसी क्या कि बिल्ली ਉਹਦਾ ਹਾਲਾਂਕਿ ਹਲਾਲ ਨਹੀਂ ਹੈਗੀ ਤੇ ਫਿਰ ਉਹ ਤੁਸੀਂ ਕਿਹਾ ਉਹ ਵੀ ਪਾਣੀ ਨਾਲ ਕਰ ਸਕਦੇ ਹੈ ਇਹ ਇਸਤਸਨਾ ਆ ਗਿਆ ਇਸਤਸਨਾ ਆ ਗਿਆ ਆਪ ਹੀ ਜਵਾਬ ਦੇ ਦਿੱਤਾ ਆਪ ਹੀ ਜਵਾਬ ਦੇ ਦਿੱਤਾ ਕਲੀਅਰ ਹੋ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਐਸੇ ਆ ਕਿ ਉਹ ਯਾਨੀ ਪੂਰੀ ਜ਼ਿੰਦਗੀ ਨਿਭਾਏ ਤੇ ਉਹਨਾਂ ਨੂੰ ਗੁਸਲ ਨਹੀਂ ਕਰਨਾ ਹੁੰਦਾ ਗੁਸਲ ਨੂੰ ਪਤਾ ਨਹੀਂ ਕੀ ਹੁੰਦਾ ਉਹ ਕਹਿੰਦੇ ਗੁਸਲ ਦਾ ਤਰੀਕਾ ਬਣ ਨਾ ਲਿਆ ਸਿੰਪਲ ਲੇਕਿਨ ਜੋ ਹਦੀਸ ਦੇ ਅੰਦਰ ਗੁਸਲ ਹੈ ਉਹਨਾਂ ਨੂੰ ਉਹਦਾ ਨਹੀਂ ਪਤਾ ਆਇਆ ਕਿ ਹੁਣ ਉਹਨਾਂ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਗੈਰ ਗੁਸਲ ਤੋਂ ਗੁਜ਼ਰ ਗਈ ਹੈ ਜਾਂ ਉਹਨਾਂ ਨੂੰ ਉਹਨਾਂ ਦੀ ਇਲਮ ਦੇ ਮੁਤਾਬਕ ਹੀ ਪੁੱਛਿਆ ਜਾਣਾ ਅੱਛਾ ਚਲੋ ਸਵਾਲ ਵੀ ਤੂੰ ਹੀ ਕੀਤਾ ਗੁਸਲ ਅਰਬੀ ਦਾ ਲਫ਼ਜ਼ ਆ ਅਰਬੀ ਇਹਦਾ ਉਰਦੂ 'ਚ ਤਰਜਮਾ ਕੀ ਹੋ ਪਾਕ
ਗੁਸਲ ਦਾ ਮਤਲਬ ਕੀ? ਗੁਸਲ ਦਾ ਮਤਲਬ ਨਹਾਉਣਾ ਹੀ ਹੁੰਦਾ ਭਾਈ। ਗੁਸਲ ਦਾ ਮਤਲਬ ਯਾਨੀ ਅਸੀਂ ਅਜਮੀ ਹੈ ਨਾ, ਅਸੀਂ ਕਹਿੰਦੇ ਮੈਂ ਨਹਾ ਲਵਾਂ, ਅਰਬੀ ਹੋਊਗਾ ਕਹੂਗਾ ਮੈਂ ਗੁਸਲ ਕਰ ਲਵਾਂ। ਗੁਸਲ ਦਾ ਮਤਲਬ ਨਹਾਉਣਾ ਹੀ ਹੁੰਦਾ। ਇਹ ਜਿਹੜਾ ਹੈਗਾ ਨਾ ਇੱਕ ਮਖਸੂਸ ਤਰੀਕਾ ਕਿ ਜਨਾਬ ਪਹਿਲੇ ਜਾ ਕੇ ਆਪਣੇ ਹੱਥ ਧੋਵੋ ਫਿਰ ਸਾਰਾ ਕੁਝ ਕਰੋ, ਠੀਕ ਹੋ ਗਿਆ। ਅੱਜ ਤੇ ਯਾਨੀ ਤੁਹਾਡੇ ਕੋਲ ਤਾਂ ਭਾਈ ਡੈਡੀ ਦੀ ਗੱਲ ਤਰ੍ਹਾਂ ਮੁਸੀਬਤ ਹੈਗੀ ਆ ਵੀ ਹੁਣ ਤਾਂ ਉਲਮਾ ਕਹਿੰਦੇ ਵੀ ਸ਼ਾਵਰ ਛੱਡ ਕੇ ਡਾਇਰੈਕਟ ਨਹਾਓ, ਵਜ਼ੂ ਦੇ ਅਜ਼ਾ ਜਿਹੜੇ ਵਿੱਚ ਆਪੇ ਹੀ ਸ਼ਾਮਲ ਆ। ਯਾਨੀ ਇੱਕ ਮਸਲਤ ਸੀ ਨਾ, ਅਰਬ ਦੇ ਵਿੱਚ ਪਾਣੀ ਦੀ ਕਿੱਲਤ ਆ, ਉੱਥੇ ਪਾਣੀ ਦਸਤਿਆਬ ਨਹੀਂ ਸੀ ਜਿੱਦਾਂ ਇੱਥੇ ਆ, ਠੀਕ ਆ। ਤਾਂ ਪਾਣੀ ਥੋੜ੍ਹਾ ਹੋਣ ਦੇ ਬਾਇਸ ਗੁਸਲ ਦਾ ਬਿਹਤਰੀਨ ਤਰੀਕਾ ਕੀ ਸੀ ਕਿ ਪਹਿਲੇ ਜਾ ਕੇ ਥੋੜ੍ਹਾ ਜਿਹਾ ਪਾਣੀ ਚੁੱਲੂ ਲਓ, ਆਪਣੇ ਚੰਗੀ ਤਰ੍ਹਾਂ ਹੱਥ ਧੋਵੋ ਕਿਉਂਕਿ ਪਾਣੀ ਥੋੜ੍ਹਾ ਵਾ ਭਾਈ, ਠੀਕ ਆ। ਫਿਰ ਆਪਣੇ ਮਖਸੂਸ ਹਿੱਸੇ ਨੂੰ ਧੋਵੋ, ਠੀਕ ਆ। ਫਿਰ ਵਜ਼ੂ ਕਰ ਲਵੋ। ਵਜ਼ੂ ਤੋਂ ਮੁਰਾਦ ਕੀ ਕਿ ਤੁਹਾਡਾ ਇੰਨਾ ਬਾਜ਼ੂ ਚਿਹਰਾ ਤੁਸੀਂ ਥੋੜ੍ਹੇ ਜਿਹੇ ਪਾਣੀ ਨਾਲ ਧੋ ਲਿਆ, ਠੀਕ ਹੋ ਗਿਆ। ਫਿਰ 3 ਲੱਪਾਂ ਸਿਰ 'ਚ ਪਾ ਕੇ ਉਂਗਲੀਆਂ ਨਾਲ ਖਲਾਲ ਵੀ ਕਰਨਾ ਕਿ ਜੜ੍ਹਾਂ ਤੱਕ ਪਾਣੀ ਜਾਵੇ। ਵਜ੍ਹਾ ਕੀ ਕਿ ਪਾਣੀ ਥੋੜ੍ਹਾ ਮੇਰੇ ਕੋਲ, ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਕਿ ਮੇਰੇ ਕੋਲ ਪਾਣੀ ਥੋੜ੍ਹਾ ਵਾ, ਠੀਕ ਆ। ਫਿਰ ਬਾਕੀ ਪਾਣੀ ਦੇ ਨਾਲ ਆਪਣਾ ਸਾਰਾ ਜਿਸਮ ਧੋ ਲੈਣਾ ਕਿਉਂਕਿ ਗੁਸਲ ਦੇ ਵਿੱਚ ਪੂਰੇ ਜਿਸਮ ਨੂੰ ਧੋਣਾ ਨਾ। ਤੇ ਜੇ ਅਗਰ ਪਾਣੀ ਖੁੱਲ੍ਹਾ ਵਾ ਫਿਰ ਇਹਦੀ ਜ਼ਰੂਰਤ ਨਹੀਂ ਹੈ, ਫਿਰ ਇਹਦੀ ਜ਼ਰੂਰਤ ਨਹੀਂ ਕਿ ਤੁਸੀਂ ਪਹਿਲੇ ਵਜ਼ੂ ਕਰੋ ਫਿਰ ਇਹ ਕਰੋ। ਤੁਹਾਡੇ ਕੋਲ ਪਾਣੀ ਖੁੱਲ੍ਹਾ ਹੋ, ਤੁਸੀਂ ਜਾ ਕੇ ਟੂਟੀ ਛੱਡੋ, ਨਹਾਓ, ਅੱਛਾ ਅੱਜ ਕੱਲ੍ਹ ਗੁਸਲ ਹੋ ਗਿਆ। ਅੱਛਾ ਅੱਜ ਕੱਲ੍ਹ ਜਿਸ ਤਰ੍ਹਾਂ ਨਾ ਇਦਾਂ ਨਹਾਉਣਾ ਸਾਦਾ ਹੀ ਜਾ ਕੇ ਨਹਾਉਣਾ ਯਾਨੀ ਕਿ ਵਜ਼ੂ ਦੀ ਕੋਈ ਜ਼ਰੂਰਤ ਨਹੀਂ। ਨਹੀਂ ਵਜ਼ੂ ਕਰ ਲਓ ਕੋਈ ਨਹੀਂ, ਅੱਜ ਲੇਕਿਨ ਕੱਲ੍ਹ ਜਿਸ ਤਰ੍ਹਾਂ ਗਰਮੀਆਂ ਸੀਜ਼ਨ ਚੱਲ ਰਿਹਾ ਤੇ ਤੁਹਾਨੂੰ ਪਤਾ ਕਿ ਲੋਕ ਸਵੀਮਿੰਗ ਪੂਲ ਤੇ ਨਹਾਉਣ ਜਾਂਦੇ ਆ ਤੇ ਇੱਕ ਨਹੀਂ ਬਲਕਿ ਦਰਜਨਾਂ ਬੰਦੇ ਇੱਕ ਹੀ ਪੂਲ 'ਚ ਨਹਾ ਰਹੇ ਹੁੰਦੇ ਆ ਤੇ ਬਾਜ਼ ਔਕਾਤ ਲੋਕ ਵਿੱਚ ਗਲਾਜ਼ਤ ਵੀ ਸ਼ਾਇਦ ਕਰ ਦਿੰਦੇ ਹੋਣ ਜਾਂ ਬਾਜ਼ ਔਕਾਤ ਗੁਸਲ ਦੀ ਹਾਲਤ 'ਚ ਹੀ ਜਾ ਕੇ ਉਹਦੇ ਵਿੱਚ ਗੁਸਲ ਦੀ ਹਾਲਤ 'ਚ ਜਾ ਕੇ ਵਿੱਚ ਡੁੱਬੀ ਲਾਤੀ ਤੇ ਉਹ ਪੂਰਾ ਪਾਣੀ ਨਾਪਾਕ ਹੋ ਜਾਏਗਾ। ਬਾਕੀ ਲੋਕਾਂ ਵਾਸਤੇ ਨਹੀਂ, ਤਦਾਬੀਰ ਕੀ ਆ? ਪਾਣੀ ਦੀ ਲਿਮਟ ਦੱਸੀ ਗਈ ਹੈ ਰਵਾਇਤ ਦੇ ਵਿੱਚ ਕਿ ਪਾਣੀ ਦੀ ਕਮ ਸੇ ਕਮ ਤਾਦਾਦ ਇੰਨੀ ਹੋਵੇ ਫਿਰ ਨਾਪਾਕ ਹੁੰਦਾ, ਠੀਕ ਹੈ। ਕਮ ਸੇ ਕਮ ਉਹ ਮੇਰੇ ਹੁਣ ਇਲਮ 'ਚ ਨਹੀਂ, ਕਮ ਸੇ ਕਮ ਤਾਦਾਦ ਹੈ ਯਾਨੀ ਪਾਣੀ ਇੰਨੀ ਤਾਦਾਦ 'ਚ ਹੋਵੇ ਤਾਂ ਹੀ ਨਾਪਾਕ ਹੁੰਦਾ। ਵਰਨਾ ਸਹੀ ਮੁਸਲਿਮ 'ਚ ਤਾਂ ਹੁੰਦਾ ਕਿ ਪਾਣੀ ਨੂੰ ਕੋਈ ਚੀਜ਼ ਨਾਪਾਕ ਕਰਦੀ ਹੀ ਨਹੀਂ, ਠੀਕ ਹੈ। ਪਾਣੀ ਦੀ ਤਾਦਾਦ ਦੱਸੀ ਗਈ ਹੈ ਕਿ ਇੰਨੀ ਤਾਦਾਦ ਹੋਵੇ ਫਿਰ ਨਾਪਾਕ ਹੋਣਾ ਵਾ, ਅਗਰ ਇਸ ਤੋਂ ਜ਼ਿਆਦਾ ਵਾ ਫਿਰ ਨਹੀਂ ਨਾਪਾਕ ਹੋਣਾ ਪਾਣੀ, ਫਿਰ ਪਾਣੀ ਪਾਕ ਹੀ ਹੈ। ਜਿਹੜੀ ਪੂਲ 'ਚ ਨਹਾ ਸਕਦੇ ਗੱਲ ਨਹੀਂ ਸਮਝੇ। ਹਾਂਜੀ, ਮਤਲਬ ਉਹਨਾਂ ਦਾ ਇਹ ਹੈ ਕਿ ਬੱਚਾ ਮਿਸਾਲ ਦੇ ਤੌਰ ਤੇ ਇਹਦੇ ਵਰਗਾ ਹੀ ਲਾਵਾਂ ਤੇ ਨਮਾਜ਼ ਵਰਗਾ ਚੱਲ ਗਿਆ ਆਪਣਾ ਉਹਨੇ ਵਿੱਚ ਵਾਸ਼ਰੂਮ ਕਰਤਾ, ਪਿਸ਼ਾਬ ਕਰ ਦਿੱਤਾ। ਸਿਆਣਾ ਹੀ ਕਰ ਦਿੰਦਾ। ਹਾਂ ਮੈਂ ਸਮਝ ਗਿਆ ਤੁਹਾਡੀ ਗੱਲ, ਲੇਕਿਨ ਉਹ ਪਾਣੀ ਦੀ ਤਾਦਾਦ ਬਹੁਤ ਜ਼ਿਆਦਾ ਵਾ, ਨਹੀਂ ਨਾਪਾਕ ਹੋਣਾ। ਇਹਦੀ ਦਲੀਲ ਹੈ ਸਹੀ ਬੁਖਾਰੀ ਦੇ ਅੰਦਰ ਕਿ ਇੱਕ ਬੱਦੂ ਨੇ ਮਸਜਿਦ ਦੇ ਅੰਦਰ ਪਿਸ਼ਾਬ ਕਰ ਦਿੱਤਾ ਤਾਂ ਨਬੀ ਇਸਲਾਮ ਨੇ ਉੱਥੇ ਪਾਣੀ ਵਹਾਤਾ ਤਾਂ ਉਹ ਜਗ੍ਹਾ ਨਾਪਾਕ ਨਹੀਂ ਸੀ ਹੋਈ ਕਿਉਂਕਿ ਪਾਣੀ ਜ਼ਿਆਦਾ ਸੀ ਪਿਸ਼ਾਬ ਨਾਲੋਂ। ਉਹ ਤੇ ਸਫਾਈ ਕਰਦੀ ਆ ਨਾ ਇੱਕ ਚੀਜ਼ ਕੱਚੀ ਮਸਜਿਦ ਸੀ, ਜਗ੍ਹਾ ਗਿੱਲੀ ਸੀ, ਅਗਰ ਪਿਸ਼ਾਬ ਸੀ ਤੇ ਉੱਪਰ ਪਾਣੀ ਪਾਤਾ ਸੀ ਤੇ ਜਿੰਦੇ ਪਾਣੀ ਨਹੀਂ ਸੀ ਨਾ ਸੁੱਕਣਾ ਉਹ ਜਗ੍ਹਾ ਪਾਕ ਨਹੀਂ ਸੀ ਹੋਣੀ ਕਿਉਂਕਿ ਵਿੱਚ ਪਿਸ਼ਾਬ ਪਹਿਲੇ ਸੀ, ਠੀਕ ਹੈ। ਲੇਕਿਨ ਪਾਣੀ ਪੈਣ ਦੇ ਨਾਲ ਉਹਨੇ ਪਿਸ਼ਾਬ ਦਾ ਅਸਰ ਖਤਮ ਕਰਤਾ, ਉਹ ਜਗ੍ਹਾ ਪਾਕ ਹੋ ਗਈ। ਇੱਥੇ ਹੀ ਉਹ ਮਸਲਾ ਆਉਂਦਾ ਕਿ ਅਗਰ ਇੱਕ ਬੰਦੇ ਨੇ ਨਿਰੇ ਪਿਸ਼ਾਬ ਕਰਤਾ ਤੇ ਕਿਸੇ ਨੇ ਪਾਣੀ ਬਹਾਇਆ ਹੀ ਨਹੀਂ, ਕੱਚੀ ਜ਼ਮੀਨ 'ਤੇ ਪਿਸ਼ਾਬ ਕਰ ਦਿੱਤਾ ਨਿਰਾ ਹੀ ਤੇ ਪਾਣੀ ਕਿਸੇ ਨੇ ਬਹਾਇਆ ਹੀ ਨਹੀਂ ਆਇਆ, ਉਹ ਜਗ੍ਹਾ ਹੁਣ ਪਾਕ ਆ ਕਿ ਨਾ ਪਾਕ ਆ? ਬੇ ਕਲੀਅਰ ਬਾਤ ਹੈ, ਜਿੰਦਰ ਤੋਂ ਪਿਸ਼ਾਬ ਉੱਥੇ ਵੀ ਤਰੀ ਉਹਦੀ ਵਾਜ਼ੇ ਆ, ਉਹ ਨਾਪਾਕ ਆ ਕਿਉਂਕਿ ਉਹ ਤਾਂ ਪਿਸ਼ਾਬ ਆ। ਜਦੋਂ ਜ਼ਮੀਨ ਨੇ ਪਿਸ਼ਾਬ ਜਜ਼ਬ ਕਰ ਲਿਆ, ਜ਼ਮੀਨ ਸੁੱਕ ਕੇ ਆਪਣੀ ਅਸਲ ਹਾਲਤ 'ਤੇ ਆ ਗਈ ਆ, ਪਾਕ ਆ, ਫਿਰ ਉਹ ਜ਼ਮੀਨ ਖੁਦ ਬ ਖੁਦ ਪਾਕ ਆ।